आओ अपनी चल रही है विचार, मौजूदा जो दिन चल रहे हैं, ਜਿਹੜੇ ਦਿਨਾਂ ਦੇ ਅੰਦਰ 1984 1 ਜੂਨ ਤੋਂ ਲੈ ਕੇ 6 ਜੂਨ ਤੱਕ ਇੱਕ ਘੱਲੂਘਾਰ ਮੋਗੇ ਦੀ ਹਕੂਮਤ ਵੱਲੋਂ ਕੀਤਾ ਗਿਆ, ਜਿਹਦੇ ਅੰਦਰ ਬਹੁਤ ਵੱਡੀ ਗਿਣਤੀ ਦੇ ਅੰਦਰ ਨਿਰਦੋਸ਼ ਸੰਗਤਾਂ ਜੋ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਦੇ ਸੰਬੰਧ ਦੇ ਅੰਦਰ ਪਾਤਸ਼ਾਹ ਦੇ ਉਸ ਸਥਾਨ 'ਤੇ ਦਰਸ਼ਨ ਕਰਨ ਗਈਆਂ। ਉਹਨਾਂ ਦਾ ਬਹੁਤ ਸਾਰਾ ਕਤਲੇਆਮ, ਬਰਬਾਦੀ ਅਤੇ ਬਹੁਤ ਸਾਰੀਆਂ ਅਜਿਹੀਆਂ ਹਰਕਤਾਂ ਜੋ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ, ਉਹ ਸੰਗਤ ਰੂਪ ਦੇ ਅੰਦਰ ਗਏ ਹੋਏ ਲੋਕਾਂ ਦੇ ਉੱਪਰ ਇਹਨਾਂ ਨੇ ਜ਼ੁਲਮ ਢਾਇਆ। ਦੂਸਰੇ ਪਾਸੇ ਧਰਮ ਯੁੱਧ ਜੋ ਚੱਲ ਰਿਹਾ ਸੀ ਮੋਰਚਾ, ਉਹਦੇ ਸੰਬੰਧ ਦੇ ਅੰਦਰ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਭਾਈ ਅਮਰੀਕ ਸਿੰਘ ਜੀ, ਜਨਰਲ ਸਵੇਗ ਸਿੰਘ ਹੋਰਾਂ ਦੀ ਅਗਵਾਈ ਦੇ ਅੰਦਰ ਮੌਕੇ ਦੀ ਹਕੂਮਤ ਨੂੰ ਫਿਰ ਮੂੰਹ ਤੋੜਵਾਂ ਜਵਾਬ ਦਿੱਤਾ ਗਿਆ ਅਤੇ ਇਸ ਮਹਾਨ ਸਥਾਨ ਦੇ ਉੱਪਰ ਭਾਰਤੀ ਫੌਜਾਂ ਵੱਲੋਂ ਟੈਂਕਾਂ ਨਾਲ, ਮਸ਼ੀਨ ਗੰਨਾਂ ਦੇ ਨਾਲ ਹਮਲਾ ਕਰਕੇ ਐਸਾ ਦੁਖਾਂਤ ਉੱਥੇ ਵਾਪਰਿਆ, ਜਿਹਨੂੰ ਤਕਰੀਬਨ 36 ਸਾਲ ਹੋ ਗਏ। ਅਜੇ ਵੀ ਜਦੋਂ ਇਹ ਦਿਨ ਆਉਂਦੇ ਤਾਂ ਹਰੇਕ ਪਿਆਰ ਵਾਲੇ ਸਿੱਖ ਦੇ ਹਿਰਦੇ ਬਲੁੰਦਰੇ ਜਾਂਦੇ। ਜਦੋਂ ਅਸੀਂ ਇਤਿਹਾਸ ਨੂੰ ਥੋੜ੍ਹਾ ਜਿਹਾ ਧਿਆਨ ਨਾਲ ਪੜ੍ਹਦੇ ਹਾਂ ਤਾਂ ਭਾਰਤ ਦੇਸ਼ ਹੈ ਜਿਹੜਾ, ਜਿਹਨੂੰ ਦੁਨੀਆ ਦੇ ਅੰਦਰ ਇੱਥੋਂ ਦਾ ਜਿਹੜਾ ਖਰੀਦਿਆ ਹੋਇਆ ਮੀਡੀਆ, ਉਹ ਸਾਰਿਆਂ ਤੋਂ ਵੱਡਾ ਲੋਕਤੰਤਰ ਦਾ ਨਾਂ ਦਿੰਦਾ ਹੈ। ਹਾਲਾਂਕਿ ਸਿਸਟਮ ਇਦੋਂ ਉਲਟ ਚੱਲ ਰਿਹਾ। ਇੱਥੇ ਹਮੇਸ਼ਾ ਹੀ ਘੱਟ ਗਿਣਤੀਆਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਜਿਹੜੇ ਲੋਕ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕਰਦੇ ਆ, ਜਿਹੜੀਆਂ ਕੌਮਾਂ ਆਪਣੇ ਹੱਕਾਂ ਦੀ ਜਿਹੜੀ ਮੰਗ ਆ ਉਹਨੂੰ ਉਠਾਉਣ ਦੀ ਕੋਸ਼ਿਸ਼ ਕਰਦੀਆਂ, ਉਹਨਾਂ ਨਾਲ ਬੈਠ ਕੇ ਗੱਲਬਾਤ ਕਰਨ ਦੀ ਬਜਾਏ ਉਹਨਾਂ ਨੂੰ ਸਬਕ ਸਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਿ ਇਹਨਾਂ ਨੂੰ ਇਹੋ ਜਿਹਾ ਸਬਕ ਸਿਖਾਓ ਕਿ ਲੰਬਾ ਸਮਾਂ ਇਹ ਫਿਰ ਦੁਬਾਰੇ ਇਹਨਾਂ ਦੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਆਪਣੇ ਹੱਕ ਦੀ ਆਵਾਜ਼ ਨੂੰ ਬੁਲੰਦ ਨਾ ਕਰਨ। ਭਾਰਤ ਦੇ ਅੰਦਰ, ਭਾਰਤ ਦੀ ਆਜ਼ਾਦੀ ਦੇ ਵਿੱਚ ਸਿੱਖ ਕੌਮ, ਜਿਨ੍ਹਾਂ ਨੂੰ 2% ਮੰਨਿਆ ਜਾਂਦਾ, ਅਤੇ ਜਦੋਂ ਕੁਰਬਾਨੀਆਂ ਵਾਲਾ ਪੱਖ ਆਪਾਂ ਦੇਖਦੇ ਹਾਂ ਤਾਂ 80% ਤੋਂ ਜ਼ਿਆਦਾ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਇਸ ਕੌਮ ਨੇ ਕੁਰਬਾਨੀਆਂ ਦਿੱਤੀਆਂ। 1919 ਦੀ ਵਿਸਾਖੀ ਨੂੰ ਅੰਗਰੇਜ਼ਾਂ ਦੇ ਰਾਜ ਜਨਰਲ ਡਾਇਰ ਨੇ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੀ ਪਾਵਨ ਪਵਿੱਤਰ ਧਰਤੀ 'ਤੇ ਨਿਰਦੋਸ਼ ਲੋਕ ਜੋ ਹੱਕ ਸੱਚ ਦੀ ਆਵਾਜ਼ ਉਠਾ ਰਹੇ ਸਨ, ਜਲਿਆਂਵਾਲੇ ਬਾਗ ਦੇ ਅੰਦਰ ਖੂਨ ਦੀ ਹੋਲੀ ਖੇਲੀ, ਅਤੇ ਜਿਹਦਾ 21 ਸਾਲ ਬਾਅਦ ਜਾ ਕੇ ਊਧਮ ਸਿੰਘ ਹੋਰਾਂ ਨੇ ਉਹਨਾਂ ਦੀ ਲੰਡਨ ਦੀ ਧਰਤੀ 'ਤੇ ਉਹਦਾ ਬੈਰ ਲਿਆ। ਦੇਸ਼ ਦੀ ਆਜ਼ਾਦੀ ਦੇ ਵੇਲੇ 80% ਤੋਂ ਜ਼ਿਆਦਾ ਕੁਰਬਾਨੀਆਂ ਕਰਨ ਵਾਲੀ ਕੌਮ ਜਦੋਂ ਆਜ਼ਾਦੀ ਮਿਲੀ, 1947 ਆਜ਼ਾਦ ਕਰਵਾਇਆ, ਤਾਂ ਗਾਂਧੀ, ਮਹਾਤਮਾ ਅਤੇ ਨਹਿਰੂ ਵਰਗਿਆਂ ਨੇ ਸਾਨੂੰ ਇੱਥੇ ਵੀ ਜਲੀਲ ਕੀਤਾ। ਇਹ ਸ਼ਬਦ ਬੋਲੇ ਕਿ ਤਬ ਬਾਤ ਔਰ ਥੀ ਅਤੇ ਅਬ ਬਾਤ ਔਰ ਹੈ। ਸਗੋਂ ਸਾਨੂੰ ਜਰਾਇਮ ਪੇਸ਼ਾ ਕੌਮ ਕਹਿ ਕੇ ਜਲੀਲ ਕੀਤਾ ਗਿਆ। ਇਸੇ ਤਰ੍ਹਾਂ ਚੱਲਦਾ ਚੱਲਦਾ ਸਿਸਟਮ ਜੋ ਮੌਜੂਦਾ ਅੱਜ ਦੇ ਦਿਨ ਚੱਲ ਰਹੇ ਆ, 1978 ਦੇ ਅੰਦਰ ਇਹ ਫਿਰ ਸ਼ੁਰੂ ਹੋਇਆ ਪਾਣੀਆਂ ਦੇ ਹੱਕ ਤੋਂ, ਜਿਹੜਾ ਮੋਰਚਾ ਕਪੂਰੀ SYL ਨਹਿਰ ਦਾ ਲੱਗਿਆ, ਜਿਹਦੇ ਅੰਦਰ ਰਾਜਨੀਤਿਕ ਪਾਰਟੀਆਂ ਨੇ ਵੀ ਯੋਗਦਾਨ ਦੇਣਾ ਸ਼ੁਰੂ ਕੀਤਾ
ये बहुत सारे ऐसे लोग भी होए, कैप्टन अमरिंदर सिंह वर्गे राजनीतिक लोग, जिन्हां ने जिते SYL नहर का टक इंदिरा गांधी वालों लाया जाना सी, उत्थे चांदी दियां कईयां ते चांदी दे कड़ाइए पेश किए गए अपने राजनीतिक लाहा लैण वास्ते। शुरू होया मोर्चा, हौली हौली ये वधदा वधदा ਇਹਦੇ ਆਗੂ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਅਗਵਾਈ ਦਿੱਤੀ, ਤੇ ਜਦੋਂ ਇਹ ਮੋਰਚਾ ਬਹੁਤ ਵੱਡੀ ਪੱਧਰ ਤੇ ਕਾਮਯਾਬ ਹੁੰਦਾ ਦਿਸਿਆ ਤਾਂ ਫਿਰ ਸਰਕਾਰਾਂ ਨੇ ਉਹੀ ਆਪਣਾ ਪੁਰਾਣਾ ਪੱਖ ਅਖਤਿਆਰ ਕੀਤਾ। ਸਾਡੀ ਇਹ ਮਹਾਨ ਕੌਮ ਨੂੰ ਸਬਕ ਸਿਖਾਉਣ ਵਾਸਤੇ ਜਿਹੜਾ ਧਰਤੀ ਆ ਗਰਾਊਂਡ ਲੈਵਲ ਤੋਂ ਆਪਦੀ ਤਿਆਰੀ ਸ਼ੁਰੂ ਕੀਤੀ, ਜਿਹਦੇ ਅੰਦਰ ਫਿਰ ਇਹਨਾਂ ਨੇ ਇਸ ਹੱਕ ਸੱਚ ਦੀ ਲੜਾਈ ਨੂੰ, ਜੋ ਸਾਰੇ ਲੋਕਾਂ ਵਾਸਤੇ ਲੜੀ ਜਾਣੀ ਸੀ, ਜਿਸ ਧਰਮ ਦਾ ਕੋਈ ਵਾਸਤਾ ਨਹੀਂ ਸੀ, ਕਿ ਅਨੰਦਪੁਰ ਦਾ ਮਤਾ ਹੋਂਦ 'ਚ ਆਇਆ। ਫਿਰ ਇਸ ਲਹਿਰ ਨੂੰ ਖਤਮ ਕਰਨ ਵਾਸਤੇ ਤਿਆਰੀਆਂ ਕੀਤੀਆਂ ਗਈਆਂ। ਇੱਥੇ ਨਕਲੀ ਨਿਰੰਕਾਰੀਆਂ ਨੂੰ ਹਵਾਰਿਆ ਗਿਆ। ਉਹਨਾਂ ਸਰਕਾਰੀ ਸ਼ਹਿ ਦੇ ਉੱਪਰ ਪ੍ਰਚਾਰ ਕਰਨ ਦਾ ਹਰੇਕ ਨੂੰ ਹੱਕ ਆ, ਪਰ ਜਦੋਂ ਕਿਸੇ ਦੂਸਰੇ ਧਰਮ ਨੂੰ ਹਾਨੀ ਪਹੁੰਚਾਉਣ ਦੀ ਕੋਸ਼ਿਸ਼ ਹੁੰਦੀ ਤਾਂ ਫਿਰ ਰੋਹ ਜ਼ਰੂਰ ਪੈਦਾ ਹੁੰਦਾ। ਉਹਨਾਂ ਨੇ ਗੁਰੂ ਸਾਹਿਬਾਨਾਂ ਵਿਰੁੱਧ ਬੋਲਣਾ ਸ਼ੁਰੂ ਕੀਤਾ। ਇੱਥੋਂ ਤੱਕ ਵੀ ਜੇ ਬਰੀਕੀ 'ਚ ਜਾ ਕੇ ਦੇਖੀਏ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਮ ਕਿਤਾਬ ਕਹਿ ਦੇਣਾ। ਕਈ ਜਗ੍ਹਾ ਬੇਅਦਬੀ ਦਾ ਦੌਰ ਵੀ ਹੋਇਆ, ਤੇ 1970 'ਚ ਫਿਰ ਇਹਨਾਂ ਨੇ ਉੱਥੇ ਅੰਮ੍ਰਿਤਸਰ ਦੀ ਧਰਤੀ 'ਤੇ ਆਪਦਾ ਮਾਰਚ ਕਰਨਾ ਸੀ, ਜਿਹਨੂੰ ਸ਼ਾਂਤਮਈ ਤਰੀਕੇ ਦੇ ਨਾਲ ਸਿੰਘ ਰੋਕਣਗੇ। ਤੇ ਇਸ ਦੇ ਵਿੱਚੋਂ ਉਹਨਾਂ ਨੇ ਅਖੰਡ ਕੀਰਤਨੀ ਜਥੇ ਦੇ 13 ਸਿੰਘ ਸ਼ਹੀਦ ਕੀਤੇ ਤੇ ਬਹੁਤ ਸਾਰੇ ਜ਼ਖਮੀ ਹੋਏ। ਉਸ ਸਮੇਂ ਦਾ ਜਿਹੜਾ DC ਸੀ KS ਜੰਜੂਆ, ਉਹਨੇ ਰੱਜ ਕੇ ਪੱਖ ਪੂਰਿਆ, ਬਾਇਜ਼ਤ ਇਹਨਾਂ ਨੂੰ ਇੱਥੋਂ ਬਾਹਰ ਕੱਢਿਆ, ਕੇਸਾਂ ਦੇ ਅੰਦਰ ਤਰੁੱਟੀਆਂ ਰੱਖੀਆਂ, ਜਿਹਦਾ ਕਰਕੇ ਥੋੜ੍ਹੇ ਸਮੇਂ ਬਾਅਦ ਇਹ ਫਿਰ ਇੱਥੋਂ ਬਰੀ ਹੋ ਗਏ। ਪਰ ਇਹਨਾਂ ਦੇ ਕੀਤੇ ਦੀ ਸਜ਼ਾ ਸਾਬਕਾ ਜਥੇਦਾਰ ਅਕਾਲ ਤਖਤ ਭਾਈ ਰਣਜੀਤ ਸਿੰਘ ਹੋਰੀ ਤੇ ਕਾਬਲ ਸਿੰਘ ਹੋਰਾਂ ਨੇ ਇਹਨਾਂ ਨੂੰ ਫਿਰ ਇਹਨਾਂ ਦੇ ਕੀਤੇ ਪਾਪ ਦੀ ਸਜ਼ਾ ਦਿੱਤੀ। ਫਿਰ ਲਹਿਰ ਵੀ ਚੱਲਦੀ ਰਹੀ, ਤੇ ਨਾਲ ਦੀ ਨਾਲ ਇਹਨਾਂ ਨੇ ਫਿਰ ਆਪਣੇ ਜੋ ਸਰਕਾਰੀ ਤੰਤਰ ਹੁੰਦਾ, ਉਹਨੂੰ ਇਸ ਲਹਿਰ ਨੂੰ ਇੱਥੋਂ ਤੱਕ ਸੀਮਤ ਕਰਤਾ ਕਿ ਹਿੰਦੂ ਅਤੇ ਸਿੱਖ ਦੇ ਝਗੜੇ ਸ਼ੁਰੂ ਕਰਤੇ, ਮੰਦਰਾਂ ਦੇ ਅੰਦਰ ਮਾਸ ਸਿੱਟਣਾ ਸ਼ੁਰੂ ਕਰਤਾ, ਗੁਰਦੁਆਰਿਆਂ ਦੇ ਅੰਦਰ ਤੰਬਾਕੂ ਆਦਿ ਸ਼ਰਾਰਤੀ ਅੰਤਰਾਂ ਤੋਂ ਛੁਡਵਾਇਆ, ਤੇ ਹੌਲੀ ਹੌਲੀ ਇਹ ਹਿੰਦੂ ਔਰ ਸਿੱਖ ਦਾ ਝਗੜਾ ਖੜਾ ਕਰਕੇ ਇਸ ਆਜ਼ਾਦੀ ਦੀ ਲਹਿਰ ਨੂੰ, ਹੱਕਾਂ ਦੀ ਲਹਿਰ ਨੂੰ ਸਿਰਫ ਇੱਕ ਖਾਲਸਤਾਨੀ ਪੱਖੀ ਲਹਿਰ ਕਰਕੇ ਪ੍ਰਚਾਰਿਆ ਗਿਆ। ਕਿਉਂਕਿ ਮੀਡੀਆ ਉਹਨਾਂ ਦਾ ਪ੍ਰਿੰਟ ਮੀਡੀਆ ਹੁੰਦਾ ਉਦੋਂ, ਹੁਣ ਵਰਗੀਆਂ ਤਾਂ ਗੱਲਾਂ ਨਹੀਂ ਸੀ। ਸਾਰੀ ਦੁਨੀਆ ਦੇ ਅੰਦਰ ਇਹ ਪ੍ਰਚਾਰਨਾ ਸ਼ੁਰੂ ਕੀਤਾ ਕਿ ਜਿਹੜੇ ਸਿੱਖ ਲੋਕ ਨੇ ਉਹ ਆਪਦਾ ਵੱਖਰਾ ਰਾਜ ਮੰਗਦੇ ਨੇ ਤੇ ਹਿੰਦੂਆਂ ਦੇ ਕਤਲ ਕੀਤੇ ਜਾਂਦੇ ਨੇ। ਐਸੀ ਗਰਾਊਂਡ ਤਿਆਰ ਕਰਨੀ ਸ਼ੁਰੂ ਕੀਤੀ। ਫਿਰ ਹੌਲੀ ਹੌਲੀ 1981 ਦੇ ਅੰਦਰ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਲੈਣ ਦੀ ਜਿਹੜੀ ਮੰਗ ਆ ਉਹ ਉੱਠੀ, ਤੇ ਇਹਦੇ ਵਿਰੋਧ ਦੇ ਅੰਦਰ ਸਰਕਾਰ ਨੇ ਫਿਰਕਾ ਪ੍ਰਸਤੀ ਇੰਨੀ ਫੈਲਾਤੀ ਕਿ ਅੰਮ੍ਰਿਤਸਰ ਸ਼ਹਿਰ ਦੇ ਅੰਦਰ ਇਹਦੇ ਵਿਰੋਧ ਦੇ ਅੰਦਰ ਇੱਕ ਮਾਰਚ ਕੱਢਿਆ ਗਿਆ। ਉਹਨਾਂ ਨੇ ਹੱਥਾਂ ਦੇ ਅੰਦਰ ਸਿਰਗਟਾਂ ਲਈਆਂ, ਮੂੰਹ ਦੇ ਅੰਦਰ ਸਿਰਗਟਾਂ ਲਈਆਂ, ਤੇ ਸਰਕਾਰੀ ਸ਼ਹਿਰ ਦੇ ਉੱਪਰ ਭੂਤਰੇ ਹੋਏ ਇਹ ਲੋਕ ਫਿਰਕਾ ਪ੍ਰਸਤੀ, ਇਹਨਾਂ ਨੇ ਨਾਅਰੇ ਲਾਉਣੇ ਸ਼ੁਰੂ ਕੀਤੇ ਕਿ ਕੱਛ ਕੜਾ ਕੰਘਾ ਕਿਰਪਾਨ इनको भेजो पाकिस्तान, सिरगट बीड़ी हम पिएंगे और शान से जिएंगे। ऐसे हालात इत्थे पैदा कर दिते गए। रामदास
ਗੁਰੂ ਪਾਤਸ਼ਾਹ ਦੀ ਫੋਟੋ ਜੋ ਅੰਮ੍ਰਿਤਸਰ ਸਟੇਸ਼ਨ ਤੇ ਲੱਗੀ ਹੋਈ ਸੀ ਉਹਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਕਹਿਣ ਤੋਂ ਭਾਵ ਧਰਤੀ ਪੱਧਰ ਦੇ ਉੱਪਰ ਵੀ ਤੇ ਆਪਦੇ ਜਿਹੜਾ ਉਹਨਾਂ ਦਾ ਮੀਡੀਆ ਉਦੋਂ ਮੌਕੇ ਦਾ ਸੀ, ਪ੍ਰਿੰਟ ਮੀਡੀਆ, ਅਖਬਾਰ, ਉਹਨਾਂ ਨੂੰ ਆਪਦੇ ਕਬਜ਼ੇ ਦੇ ਅੰਦਰ ਕਰਕੇ ਬਹੁਤ ਸਾਰਾ ਜ਼ਹਿਰ ਉਗਲਣਾ ਸ਼ੁਰੂ ਕੀਤਾ ਤੇ ਜਲੀਲ ਕਰਨਾ ਸ਼ੁਰੂ ਕੀਤਾ। ਏਸ਼ੀਆਈ ਖੇਡਾਂ ਦਿੱਲੀ ਦੇ ਅੰਦਰ ਹੋਈਆਂ, ਉਹਨਾਂ ਦੀ ਅੰਦਰ ਸਿੱਖਾਂ ਦੀ ਸ਼ਮੂਲੀਅਤ ਨਾ ਹੋਣੀ ਤੇ ਇਹ ਵੀ ਇੱਕ ਬਹੁਤ ਵੱਡਾ ਕਾਰਨ ਸਾਡੇ ਨਾਲ ਵਿਰੋਧ ਦਾ ਰੱਖਿਆ। ਇਸੇ ਤਰ੍ਹਾਂ ਫਿਰ ਚੱਲਦਾ ਰਿਹਾ ਸਿਸਟਮ, ਬਹੁਤ ਵਿਰੋਧ ਖੜਾ ਹੋ ਗਿਆ। ਥਾਂ ਥਾਂ ਤੇ ਜਿੱਥੇ ਵੀ ਕੋਈ ਵਾਰਦਾਤ ਹੁੰਦੀ ਜਾਂ ਇਹਨਾਂ ਤੋਂ ਆਪਦੇ ਬੰਦਿਆਂ ਤੋਂ ਕਰਵਾਈ ਜਾਂਦੀ, ਉਹਦਾ ਸਾਰਾ ਦੋਸ਼ ਸਿੱਖ ਅੱਤਵਾਦੀਆਂ ਦੇ ਨਾਲ ਲਾਉਣਾ ਸ਼ੁਰੂ ਕਰਤਾ। ਅੱਤਵਾਦੀ ਸ਼ਬਦ ਦੇ ਅੱਗੇ ਸਿੱਖ ਅੱਤਵਾਦੀ ਲਿਖਣਾ ਸ਼ੁਰੂ ਕੀਤਾ ਗਿਆ ਤਾਂ ਕਿ ਇੰਨੀ ਗਰਾਊਂਡ ਤਿਆਰ ਕੀਤੀ ਜਾਵੇ, ਇਹਨਾਂ ਨੂੰ ਕੁਚਲ ਦਿੱਤਾ ਜਾਵੇ, ਦੁਬਾਰਾ ਇਹ ਕੋਈ ਆਪਣੇ ਹੱਕ ਦੀ ਜਿਹੜੀ ਮੰਗ ਆ ਉਹਨੂੰ ਨਾ ਮੰਗ ਸਕਣ। ਪ੍ਰਚਾਰ ਕਰ ਦਿੱਤਾ ਗਿਆ ਕਿ ਜਿਹੜੇ ਇਹ ਕਤਲ ਹੁੰਦੇ ਨੇ, ਮਾਰਨ ਵਾਲੇ, ਇਹ ਦਰਬਾਰ ਸਾਹਿਬ ਚਲੇ ਜਾਂਦੇ ਆ। ਬਹੁਤ ਸਾਰਾ ਜ਼ਹਿਰ ਉਗਲਿਆ ਗਿਆ। ਹਿੰਦੂਆਂ ਦੇ ਕਤਲ ਕਰਨੇ ਸ਼ੁਰੂ ਕੀਤੇ ਤੇ ਨਾਂ ਲਾਇਆ ਜਾਂਦਾ ਸਿੱਖ ਅੱਤਵਾਦੀਆਂ ਦਾ। ਹਾਲਾਂਕਿ ਸੀ ਸਾਰਾ ਕੁਝ ਇਹ ਤੋਂ ਉਲਟ। ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜੀਵਨ ਦੇ ਕਾਫੀ ਇਹੋ ਜਿਹੀਆਂ ਉਦਾਹਰਨਾਂ ਨੇ ਜਿਨ੍ਹਾਂ ਨੇ ਹਿੰਦੂ ਪਰਿਵਾਰਾਂ ਦੀ ਬਹੁਤ ਵੱਡੇ ਪੱਧਰ ਤੇ ਰੱਖਿਆ ਕੀਤੀ। ਇੱਕ ਵਾਰ ਉਹਨਾਂ ਦੀ ਕਿਸੇ ਲੜਕੀ ਨੂੰ ਵੀ ਕੋਈ ਉਠਾ ਕੇ ਲੈ ਗਿਆ ਸੀ ਬਦਮਾਸ਼। ਉਹਨਾਂ ਨੇ ਬੇਨਤੀ ਕੀਤੀ ਤੇ ਉਹ ਲੜਕੀ ਛੁਡਵਾ ਕੇ ਦੋਸ਼ੀਆਂ ਨੂੰ ਦੰਡ ਦਿੱਤਾ ਗਿਆ। ਪਰ ਇਹ ਸਾਰੇ ਕੁਝ ਦੇ ਭਾਰਤ ਦੇ ਮੀਡੀਏ ਨੇ ਜੋ ਖਰੀਦਿਆ ਹੋਇਆ, ਜਿਹਨੂੰ ਆਪਾਂ ਗੋਦੀ ਮੀਡੀਆ ਕਹਿ ਦਿੰਦੇ ਆ, ਬਹੁਤ ਸਾਰਾ ਉਲਟ ਪ੍ਰਚਾਰ ਕੀਤਾ। ਇੱਥੋਂ ਤੱਕ ਵੀ ਆਇਆ ਕਿ ਤਰਨ ਤਾਰਨ ਦੇ ਕੋਲੇ ਬੱਸ ਤੋਂ ਕੱਢ ਕੇ ਬੰਦੇ ਮਾਰੇ ਗਏ। ਉਹਨਾਂ 'ਚ ਇੱਕ ਨਿਹੰਗ ਸਿੰਘ ਸੀ, ਉਹਨੇ ਆਪਣੇ ਬੱਚੇ ਦਾ ਬਚਾਓ ਕੀਤਾ ਕਿ ਹੈ ਤਾਂ ਇਹ ਮੇਰਾ ਲੜਕਾ, ਪਰ ਇਹਦੇ ਕੇਸ ਕਟਾਏ ਹੋਏ ਆ। ਅਖਬਾਰਾਂ 'ਚ ਖਬਰ ਇਹੋ ਜਿਹੀਆਂ ਲੱਗੀਆਂ ਕਿ ਉਹ ਨਿਹੰਗ ਸਿੰਘ ਦੀਆਂ 2 ਲੜਕੀਆਂ ਵੀ ਸੀ, ਹਾਲਾਂਕਿ ਉਹਦੇ ਕੋਈ ਬੱਚੀ ਵੀ ਨਹੀਂ ਸੀ। ਐਸਾ ਪ੍ਰਚਾਰ ਕਰ ਦਿੱਤਾ ਗਿਆ, ਹਰ ਪਾਸਿਓਂ ਫਿਰ ਖਤਰਾ ਭਾਮਣ ਲੱਗਾ, ਜਿਹਦੇ ਸੰਬੰਧ ਦੇ ਅੰਦਰ ਫਿਰ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਨੇ 12 ਅਪ੍ਰੈਲ ਨੂੰ ਇੱਕ ਮਰਜੀਵੜਿਆਂ ਦੀ ਫੌਜ 'ਚ ਭਰਤੀ ਹੋਣ ਵਾਸਤੇ ਲੋਕਾਂ ਨੂੰ ਆਵਾਜ਼ ਦਿੱਤੀ ਕਿ ਆਪਾਂ ਧਰਮ ਦੀ ਰਾਖੀ ਖਾਤਰ ਤੇ ਆ ਜਿਹੜਾ ਸਾਡੇ ਤੇ ਬਹੁਤ ਸਾਰਾ ਜਲੀਲ ਸਾਨੂੰ ਕਰ ਰਹੇ ਆ, ਗੁਰਧਾਮਾਂ ਦੀ ਰਾਖੀ ਵਾਸਤੇ ਮਰਜੀਵੜਿਆਂ ਦੀ ਫੌਜ ਤਿਆਰ ਕੀਤੀ। ਜਿਹਦੇ ਸਾਰਿਆਂ ਤੋਂ ਪਹਿਲਾਂ ਨਾਮ ਫਿਰ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਲਿਖਾਇਆ ਤੇ ਇਹ ਪਰਨ ਕੀਤਾ ਕਿ ਜਿੰਨਾ ਚਿਰ ਮੇਰੇ ਸਰੀਰ ਦੇ ਅੰਦਰ ਸਵਾਸ ਨੇ, ਭਾਵੇਂ ਇਹਦੇ ਟੁੱਟੇ ਟੁੱਟੇ ਹੋ ਜਾਣ, ਮੈਂ ਇਸ ਆਪਣੇ ਕੀਤੇ ਹੋਏ ਬਚਨਾਂ ਤੋਂ ਟਲਾਂਗਾ ਨਹੀਂ। ਹੌਲੀ ਹੌਲੀ ਮਾਹੌਲ ਤਿਆਰ ਕਰਕੇ ਫਿਰ 31 ਮਈ 1984 ਨੂੰ ਚੰਡੀਗੜ੍ਹ ਦੇ 2 ਕੋਰ ਹੈੱਡਕੁਆਟਰ ਦੇ ਅੰਦਰ ਇੱਕ ਮੀਟਿੰਗ ਕੀਤੀ ਗਈ, ਜਿਹਦੇ ਅੰਦਰ ਜਨਰਲ KS ਬਰਾੜ, K ਸੁੰਦਰ ਜੀ ਤੇ ਇਹ ਦਿਆਲ ਵਰਗੇ ਜਿਹੜੇ ਜਰਨਲ ਆ, ਉਹਨਾਂ ਨੇ ਇਹ ਮਤਾ ਤਿਆਰ ਕੀਤਾ, RS ਦਿਆਲ ਵਰਗਿਆਂ ਨੇ, ਕਿ ਹੁਣ ਸਾਡੇ ਕੋਲੇ ਸਮਾਂ, ਪਹਿਲਾਂ ਉਹਨਾਂ ਨੂੰ ਟ੍ਰੇਨਿੰਗਾਂ ਕਰਾਈਆਂ ਗਈਆਂ ਤੇ ਪਹਾੜਾਂ ਦੇ ਅੰਦਰ ਹਰਿਮੰਦਰ ਸਾਹਿਬ ਦਾ ਤਿਆਰ ਕਰਕੇ ਸਾਰਾ ਉਹੋ ਜਿਹਾ ਨਕਸ਼ਾ ਕਿ ਕਿਵੇਂ ਹਮਲਾ ਕਰਨਾ, ਇਹਨਾਂ ਨੇ ਫਿਰ ਵਿਉਂਤ ਬਣਾਈ। ਉਸ ਮੀਟਿੰਗ ਦੇ ਅੰਦਰ KPS ਬਰਾੜ ਵਰਗਿਆਂ ਨੇ ਬੜੇ ਦਾਅਵੇ ਠੋਕੇ ਕਿ ਸਾਡੇ ਕੋਲੇ 2 ਘੰਟੇ ਦਾ ਸਮਾਂ ਨਹੀਂ ਲੱਗਣ ਦੇਵਾਂਗੇ, ਜਦੋਂ ਜਿੰਨੇ ਲੋਕ ਜਿਹੜੇ ਆਪਦੇ ਆਪ ਨੂੰ ਖਾੜਕੂ ਕਹਾਉਂਦੇ ਆ, ਜੁਝਾਰੂ ਕਹਾਉਂਦੇ ਆ ਤੇ ਬਹੁਤ ਆਪਦੇ ਆਪ ਨੂੰ ਦਲੇਰ ਸਮਝਦੇ ਆ, ਤੇ ਉਹਨਾਂ ਸਮੇਤ ਸੰਤ ਜਰਨੈਲ ਸਿੰਘ ਨੂੰ ਪਕੜ ਕੇ ਜਾਂ ਖਤਮ ਕਰਕੇ ਉੱਥੋਂ ਬਾਹਰ ਕੱਢ ਦਿਆਂਗੇ। ਇਹਨਾਂ ਨੇ ਫਿਰ ਇਹ ਮੀਟਿੰਗ ਤਿਆਰ ਕਰਕੇ 31 ਮਈ ਦੀ ਰਾਤ ਨੂੰ ਹੀ
ਦਰਬਾਰ ਸਾਹਿਬ ਸੱਚਖੰਡ ਅੰਮ੍ਰਿਤਸਰ ਦੇ ਦੁਆਲੇ ਘੇਰਾਬੰਦੀ ਕੀਤੀ ਤੇ ਸਾਨੂੰ ਜਲੀਲ ਕਰਨ ਵਾਸਤੇ, ਸਾਨੂੰ ਸਬਕ ਸਿਖਾਉਣ ਵਾਸਤੇ ਉਹੀ ਪੁਰਾਣੇ ਘੱਲੂ ਘਾਰਿਆਂ ਦਾ ਇਹਨਾਂ ਨੇ ਉਹੀ ਵਿਉਂਤ ਬਣਾਈ ਕਿ ਇਹਨਾਂ ਨੂੰ ਇਕੱਠੇ ਕਰੋ, ਇਕੱਠੇ ਕਰਕੇ ਐਸਾ ਇਹਨਾਂ ਨੂੰ ਸਬਕ ਸਿਖਾਓ ਦੁਬਾਰਾ ਕੋਈ ਆਜ਼ਾਦੀ ਦੀ ਜਾਂ ਹੱਕਾਂ ਦੀ ਗੱਲ ਨਾ ਕਰੇ। ਫਿਰ ਦਿਨ ਚੁਣਿਆ ਗਿਆ 3 ਜੂਨ ਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਸੀ। ਜਿਸ ਤਰ੍ਹਾਂ ਐਤਕੀ ਜਿਹੜੇ ਗੁਰਪੁਰਬ ਤੇ ਬਹੁਤ ਵੱਡੀ ਤਾਦਾਦ ਦੇ ਅੰਦਰ ਸੰਗਤਾਂ ਨੇ ਦਰਬਾਰ ਸਾਹਿਬ ਪ੍ਰਵੇਸ਼ ਹੋਣਾ ਹੁੰਦਾ ਤੇ ਇਹੀ ਦਿਨ ਚੁਣੇ ਗਏ ਕਿ ਹੁਣ ਐਸਾ ਭਾਰੂ ਨੁਕਸਾਨ ਪਹੁੰਚਾਇਆ ਜਾਵੇ ਤੇ ਇਹ ਦੁਆਰਾ ਕੋਈ ਹੱਕ ਸੱਚ ਦੀ ਗੱਲ ਨਾ ਕਰਨ। ਘੇਰੇ ਪਏ। 1 ਜੂਨ ਨੂੰ ਥੋੜੀ ਫਾਇਰਿੰਗ ਹੋਈ। ਫਿਰ 2 ਜੂਨ ਨੂੰ 2 ਘੰਟੇ ਕਰਫਿਊ ਤੇ ਢਿੱਲ ਦਿੱਤੀ ਗਈ, ਜਿਹਦੇ 'ਚ ਫਿਰ ਲੋਕ ਬਹੁਤ ਸਾਰੇ ਉੱਥੋਂ ਆ ਵੀ ਗਏ, ਬਹੁਤ ਸਾਰੇ ਉੱਥੇ ਰਹਿ ਵੀ ਗਏ, ਬਹੁਤ ਸਾਰੇ ਉੱਥੋਂ ਨਵੇਂ ਚਲੇ ਗਏ। ਫਿਰ 3 ਜੂਨ ਨੂੰ ਫਾਇਰਿੰਗ ਹੁੰਦੀ ਰਹੀ ਤੇ ਇਹ ਫਿਰ 1 ਜੂਨ ਤੋਂ ਲੈ ਕੇ 5 ਜੂਨ ਦੀ ਰਾਤ ਤੱਕ ਬਹੁਤ ਵੱਡਾ ਦੁਖਾਂਤ ਵਾਪਰਿਆ, ਜਿਹਦੇ ਨਾਲ ਤੋਪਾਂ ਦੇ ਨਾਲ ਵੀ, ਟੈਂਕਾਂ ਦੇ ਨਾਲ ਵੀ ਹਮਲੇ ਕੀਤੇ ਗਏ, ਜਿਹਦੇ ਅੰਦਰ ਬਹੁਤ ਸਾਰੇ ਨਿਰਦੋਸ਼ ਜਿਹੜੇ ਗਏ ਸੀ ਸੰਗਤ ਵਾਲੇ ਉਹ ਵੀ ਆਪਣੀਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਤੇ ਉਧਰ ਫਿਰ ਜਿਹੜੇ ਜੁਝਾਰੂ ਯੋਧੇ ਅੰਦਰ ਬੈਠੇ ਸੀ ਉਹਨਾਂ ਨੇ ਵੀ ਫਿਰ ਇਹਨਾਂ ਨੂੰ ਚਮਕੌਰ ਦੀ ਗੜੀ ਵਾਲਾ ਸੀਨ ਯਾਦ ਕਰਵਾਇਆ। ਬਹੁਤ ਵੱਡਾ ਨੁਕਸਾਨ ਫੌਜ ਦਾ ਕੀਤਾ ਗਿਆ। ਇਹਨਾਂ ਦੇ ਹਰੇਕ ਹਮਲੇ ਨੂੰ ਪਛਾੜਿਆ ਗਿਆ। ਫਿਰ ਇਹਨਾਂ ਨੇ ਆਪਣੀਆਂ ਕਿਤਾਬਾਂ 'ਚ ਜਰਨਲਾਂ 'ਚ ਲਿਖਿਆ, ਕਹਿੰਦੇ ਸਾਡੀ ਸੋਚ ਦੇ ਉਲਟ ਜੋ ਅਸੀਂ ਸੋਚ ਕੇ ਗਏ ਸੀ ਕਿ ਅਸੀਂ 2 ਘੰਟੇ ਦੇ ਅੰਦਰ ਅੰਦਰ ਇਹ ਸਾਰਾ ਆਪਰੇਸ਼ਨ, ਜਿਹਨੂੰ ਬਲੂ ਸਟਾਰ ਦਾ ਨਾਮ ਦਿੱਤਾ ਗਿਆ, ਇਹਨੂੰ ਅਸੀਂ ਸਫਲ ਕਰ ਦੇਣਾ, ਪਰ ਹੋਇਆ ਉਲਟ। ਬਹੁਤ ਸਾਰਾ ਨੁਕਸਾਨ ਜਦੋਂ ਇਹਨਾਂ ਦਾ ਹੁੰਦਾ ਦਿਸਿਆ, ਇਹਨਾਂ ਨੂੰ ਖਤਰਾ ਵੀ ਸੀ ਕਿ ਅੰਦਰ ਜਰਨਲ ਸਵੇਗ ਸਿੰਘ ਦੀ ਕਮਾਂਡ ਦੇ ਹੇਠ ਚੱਲ ਰਿਹਾ ਸਾਰਾ ਜੋ ਮੋਰਚਾਬੰਦੀ ਹੈ। ਅਖੀਰ ਇਹਨਾਂ ਨੇ ਹੰਭ ਕੇ 5 ਜੂਨ ਦੀ ਰਾਤ ਨੂੰ ਟੈਂਕਾਂ ਦੇ ਨਾਲ ਅੰਦਰ ਟੈਂਕ ਬਾੜ ਕੇ ਫਿਰ ਅਕਾਲ ਤਖਤ ਦੇ ਉੱਪਰ ਜਿੱਥੇ ਜਿੱਥੇ ਟੈਂਕੀਆਂ ਤੇ ਮੋਰਚੇ ਉਹ ਉਡਾਈਆਂ ਗਈਆਂ, ਉਹ ਤਾਂ ਪਹਿਲਾਂ ਹੀ ਟੈਂਕੀ ਤਾਂ ਭੰਨਤੀ ਸੀ ਕਿ ਇਹ ਪਾਣੀ ਦੇ ਨਾਲ ਤੜਫਣ। ਗਰਮੀ ਦੇ ਮਹੀਨੇ 'ਚ ਜੇ ਕੋਈ ਪਾਣੀ ਮੰਗਦਾ ਤਾਂ ਉਹਦੇ ਮੂੰਹ 'ਚ ਗੋਲੀ ਮਾਰੀ ਜਾਂਦੀ। ਐਸੇ ਦੁਖਾਂਤ ਹੁਣ ਸੋਸ਼ਲ ਮੀਡੀਆ ਤੇ ਸਾਰਾ ਕੁਝ ਆ ਰਿਹਾ। ਆਪਾਂ ਵੇਖਦੇ ਹਾਂ ਕਿ 18 ਦਿਨ ਦੇ ਬੱਚਿਆਂ ਤੋਂ ਲੈ ਕੇ ਤੇ ਇਹਨਾਂ ਨੇ ਬਹੁਤ ਸਾਰਾ ਤਸ਼ੱਦਦ ਕੀਤਾ, ਬੀਬੀਆਂ ਦੀ ਬੇਪਤੀ ਕੀਤੀ ਗਈ, ਜੋ ਇਹਨਾਂ ਤੋਂ ਹੋਇਆ ਤੇ ਉਹ ਕੀਤਾ। ਫਿਰ 6 ਜੂਨ ਨੂੰ ਅੱਜ ਦੇ ਦਿਨ ਤਕਰੀਬਨ ਸਵੇਰੇ ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਉਹਨਾਂ ਨੇ ਵੀ ਕੀਤੇ ਹੋਏ ਵਚਨਾਂ ਅਨੁਸਾਰ ਸ਼ਹੀਦੀ ਪ੍ਰਾਪਤ ਕੀਤੀ। ਤੇ ਇੱਧਰ ਰਾਜਨੀਤਿਕ ਲੋਕ, ਜਿੱਥੇ ਇੰਦਰਾ ਗਾਂਧੀ ਨੇ ਅਬਦਾਲੀ ਦਾ ਰੂਪ ਧਾਰਨ ਕੀਤਾ ਤੇ ਜਿਹੜੇ ਸਾਡੇ ਰਾਜਨੀਤਿਕ ਲੋਕ ਸੀ ਇਹਨਾਂ ਦੇ ਅੰਦਰ ਔਰੰਗਜ਼ੇਬ ਦੀ ਰੂਹ ਪ੍ਰਵੇਸ਼ ਹੋਈ। ਜਿਸ ਤਰ੍ਹਾਂ ਔਰੰਗਜ਼ੇਬ ਨੇ ਰਾਜਗੱਦੀ ਦੀ ਪ੍ਰਾਪਤੀ ਵਾਸਤੇ ਆਪਣੇ ਭਰਾਵਾਂ ਦਾ ਕਤਲ ਕੀਤਾ, ਆਪਣੀ ਭੈਣ ਨੂੰ ਜੇਲ੍ਹ 'ਚ ਸੁੱਟਿਆ ਤੇ ਆਪਣੇ ਪਿਤਾ ਨੂੰ ਕੈਦ ਕੀਤਾ, ਇਸੇ ਤਰ੍ਹਾਂ ਇਹ ਜਿਹੜੇ ਰਾਜਨੀਤਿਕ ਲੋਕ ਸੀ ਜਿਨ੍ਹਾਂ ਨੇ ਬਹੁਤ ਵੱਡੀਆਂ ਸੋਹਾਂ ਸਿਲੰਦਾਂ ਖਾਧੀਆਂ, ਇੱਥੋਂ ਤੱਕ ਗੱਲਾਂ ਕਰਦੇ ਰਹੇ ਕਿ ਜੇ ਦਰਬਾਰ ਸਾਹਿਬ 'ਤੇ ਹਮਲਾ ਹੁੰਦਾ, ਪਹਿਲਾਂ ਗੋਲੀਆਂ ਸਾਡੀਆਂ ਹਿੱਕਾਂ 'ਚ ਵੱਜਣਗੀਆਂ। ਸਰਕਾਰ ਦੇ ਨਾਲ ਸਾਂਝ ਕੀਤੀ ਗਈ, ਉਹ ਤਾਂ ਹੁਣ ਸਾਰਾ ਕੁਝ ਨਿਰਾਲਾ ਹੋਈ ਜਾਂਦਾ। ਟੌੜੇ ਵਰਗੇ, ਬਾਦਲ ਵਰਗੇ, ਲੰਗੋਵਾਲ ਵਰਗੇ ਜਿਹੜੇ ਬਹੁਤ ਵੱਡੀਆਂ ਗੱਲਾਂ ਕਰਨ ਵਾਲੇ ਸੀ, ਰਾਜਨੀਤੀ ਦੀ ਕੁਰਸੀ ਦੀ ਭੁੱਖ ਦੇ ਕਾਰਨ ਜਿੱਥੇ ਹੋਰ ਲੋਕਾਂ ਨੇ ਦਰਬਾਰ ਸਾਹਿਬ ਦੇ ਉੱਪਰ ਹਮਲਾ ਕਰਨ ਵਾਸਤੇ ਇੰਦਰਾ ਗਾਂਧੀ ਨੂੰ ਭੜਕਾਇਆ ਤੇ ਇਹਨਾਂ ਦਾ ਵੀ ਕਾਫੀ ਯੋਗਦਾਨ
फिर बाਹਾਂ खड़ियां करके ये सारे बाहर निकले। इन्हां नूं इज्जत बड़ी हिफाजत दे नाल बाहर कढ़िया गया। ते जिहड़े फिर वो कौम दे महान, क्योंकि दो तरह के लोग हुंदे आ जदों मोर्चे लगदे। एक लोग तां ओह हुंदे जिन्हां दा मकसद हुंदा अपनी राजगद्दी कायम रखनी, ओहदी प्राप्ति वास्ते ते चुगलियां कर देनियां, लोकां नूं भड़का के आप पासे हट जाना ते सरकारी अपने आकिਆਂ नूं खुश करन वास्ते आप दी कौम दे नाल ही गदारियां कर जाणियां। दूसरे पासे वो लोग हुंदे आ जिहड़े धर्मी लोग हुंदे आ, जिन्हां ने फिर गुरु दी बाणी ते एक पहरा देना हुंदा कि बचन करे सो खिसक जाए सोई नर कच्चा। वो फिर अपने प्राणां दीयां कुर्बानियां कर दिंदे आ जदों जदों भी कोई मोर्चे लगदे आ। ये शुरू तो हुंदा आया, हुण भी हो रहा ते अगे भी हुंदा रहना। क्योंकि जिहड़ी राजनीति की भुख वो बंदे का हाल ऐसा कर दिंदी है, वो किसी भी हद तक गिरिया जा सकता। वो तो अज सोशल मीडिया का युग आ, आपां देख रहे हैं कि किवें ये राज भाग की प्राप्ति वास्ते धर्म दीयां सौहां खा जाणियां, मगरों उन्हां ते ना पहरे देने। सामने अपने सौहां खाधियां गईयां कैप्टन अमरिंदर वर्गियां तो हथ से गुटका साह फड़ के। पर असी इतिहास तो अणजाण लोग, गुरु गोबिंद सिंह महाराज ने सानू आपके जीवन काल दौरान ये ज्ञान दिता कि राजनीति के भुखे जिहड़े लोग आ, इन्हां दीयां सौहां सगंधां ते तुसीं किते अतवार ना करिओ। उन्हां ने फिर सानू दिखाया भी कि जदों आनंदपुर का किला छडाउणा सी, पहाड़ी राजियां वल्लों गऊ दीयां कसमां खाधियां गईयां ते औरंगजेब वल्लों कुरान दीयां कसमां खाधियां गईयां। ये राजनीतिक जिहड़े लोग आ, इन्हां नूं सौहां नाल कोई संबंध नहीं हुंदा। सौहां भंग करके फिर इन्हां ने गुरु पातशाह ते हमले कीते। आपां इतिहास पढ़दे सुणदे रहिंदे आ। ऐसा ही राजनीतिक लोकां दा पक्ष रहिंदा। इन्हां नूं तां सिर्फ अपनी कुर्सी दी भुख जां सरकारी अहुदियां दी भुख जां उन्हां नूं खुश करन वास्ते ये आपदे भाईआं दे नाल, भाईचारे दे नाल गदारियां भी कर जांदे आ, इन्हां दे दुश्मन भी बन जांदे आ। ते ये 1984 च भी होया। ते उदों बाद 1984 के दिखाण तो बाद 1988 के अंदर भी सचखंड हरमंदर साहब के उपर जदों सरजीत बरनाले की सरकार सी, एक उत्थे होया ऑपरेशन ते उहदे अंदर भी इन्हां ने बहुत सारी सरकारी घुसपैठ करवाई। ते ऑपरेशन दे अंदर भी बहुत सारे जिहड़े धर्मी लोग सी उह तां शहीद कर दिते गए। ते जिहड़े फिर 46 बंदे इन्हां ने उत्थों जिउंदे फड़े, उन्हां ते ना कोई केस करना, ना कोई उन्हां नूं सज़ा देनी। ये सरकारी घुसपैठ की सावरियां दे सामने निशानी प्रगट हुई। पर जिहने जिहने भी सचखंड दरबार साहब के उपर माड़ी निगाह दे नाल, इंदिरा गांधी ने यह बहुत वड्डी भुल कीती ते ओहदा इस फिर उन्होंने 152-53 दिनों के अंदर ही मिलिया। भावें उदों बाद बहुत नुकसान होया अपनी कौम का दिल्ली के दंगियां के अंदर, पर फिर भी इन्हां ने सरजीत बरनाले ने ब्लैक थंडर, उन्होंने ब्लू स्टार का नाम दिता गया। 1988 च किया गया, उन्होंने ब्लैक थंडर का नाम दिता गया। फिर भी ये भी मुंडे गगनदीप का एक्सीडेंट होया, उसे दिन लत्तां टुटियां चंडीगढ़ नूं जांदियां दीयां। कहण तो भाव जिहड़े जिहड़े लोग भी इस स्थान वल गहरी अख करके जिन्हां ने झक्किया जां सानूं कुचलण की कोशिश की ते उन्हां दा फिर हाल बहुत माड़ा होया। फिर आपां सारिआं ने ये हालात वेखे 1984 तो बाद 92 तक किहो जिहा इत्थे माहौल सिरजिया गया, किवें आपदे बंदियां तो पुलिस वालियां दे परिवार मरवाउणे, हिंदुआं नूं मारना ते अपने नौजवानां नूं कोह के शहीद करना।
ਉਹ ਵਰਤਾਂਤ ਬਹੁਤ ਵਾਪਰਿਆ। ਜਿੱਥੇ ਇਸ ਤਰ੍ਹਾਂ ਨੌਜਵਾਨਾਂ ਨੂੰ ਖਤਮ ਕਰਨ ਦਾ ਤਹਈਆ ਕੀਤਾ, ਦੂਸਰੇ ਪਾਸੇ ਫਿਰ ਗਹਿਰੀ ਚਾਲ ਨੌਜਵਾਨਾਂ ਨੂੰ ਨਸ਼ੇ ਦੇ ਆਦੀ ਕਰਨਾ, ਇੱਥੇ ਲੱਚਰਤਾ ਫੈਲਾਉਣੀ ਤਾਂ ਕਿ ਇਹਨਾਂ ਦੀ ਕੁਝ ਕੁ ਨੂੰ ਗੋਲੀਆਂ ਨਾਲ ਭੁੰਨ ਦਿਓ, ਕੁਝ ਕੁ ਨੂੰ ਜੇਲ੍ਹਾਂ ਸਿੱਟ ਦਿਓ, ਕੁਝ ਕੁ ਨੂੰ ਨਸ਼ੇ ਦੇ ਆਦੀ ਕਰ ਦਿਓ, ਕੁਝ ਕੁ ਨੂੰ ਆ ਲੱਚਰਪੁਣੇ ਵੱਲ ਇੰਨਾ ਤੋਰ ਦਿਓ, ਇਹਨਾਂ ਨੂੰ ਆਪਣੇ ਹੱਕਾਂ ਦੀ ਕੋਈ ਸੁੱਧ ਬੁੱਧ ਨਾ ਰਹੇ। ਉਹ ਅੱਜ ਵੀ ਚੱਲ ਰਿਹਾ। ਅੱਜ ਦੀਆਂ ਵੀ ਜਿਹੜੀਆਂ ਹੁਣ ਵੀ ਸਰਕਾਰਾਂ, ਉਹਨਾਂ ਦੇ ਵੀ ਇਹੀ ਚੱਲਦੇ ਰਹੇ ਸਿਸਟਮ। ਕਿੰਨਾ ਨਸ਼ਾ ਪੰਜਾਬ ਦੇ ਅੰਦਰ ਬਰਬਾਦੀ ਵਾਲੇ ਪਾਸੇ ਨੂੰ ਲੋਕਾਂ ਨੂੰ ਤੋਰਿਆ, ਤੇ ਕਿਵੇਂ ਲੱਚਰਪੁਣਾ ਇੱਥੇ ਫੈਲਾਇਆ ਜਾ ਰਿਹਾ ਕਿ ਇਹਨਾਂ ਲੋਕਾਂ ਨੂੰ ਧਰਮ ਦੀ ਕੋਈ ਗੱਲ ਨਾ ਯਾਦ ਰਵੇ। ਇੰਨਾ ਲੱਚਰਪੁਣਾ ਗਾਇਕ ਤਿਆਰ ਕੀਤੇ ਗਏ, ਮਾਹੌਲ ਸਿਰਜੇ ਗਏ। ਅੱਜ ਆਪਾਂ ਵੇਖ ਰਹੇ ਹਾਂ ਜਿਹਦੇ 'ਚ ਅੱਜ ਜੰਮਦੇ ਜਵਾਕ ਟੀਵੀਆਂ ਦੇ ਅੱਗੇ ਭੰਗੜੇ ਤਾਂ ਪਾ ਰਹੇ ਆ, ਮਾਂ ਬਾਪ ਖੁਸ਼ ਹੋ ਰਿਹਾ ਜਦੋਂ ਉਹ ਅਸ਼ਲੀਲ ਗਾਣਿਆਂ ਦੇ ਸਾਹਮਣੇ ਖੜ ਖੜ ਕੇ ਭੰਗੜੇ ਪਾਉਂਦੇ ਆ, ਖੁਸ਼ੀ ਮਨਾਈ ਜਾ ਰਹੀ ਹੈ। ਤੇ ਜਿਹਦਾ ਦੁਖਾਂਤ ਫਿਰ ਜਦੋਂ ਥੋੜੇ ਜਿਹੇ ਵੱਡੇ ਹੁੰਦੇ ਆ ਨਾ, ਅੱਖਾਂ ਦੇ ਸਾਹਮਣੇ ਆਉਂਦਾ, ਫਿਰ ਦੁੱਖ ਭੋਗਣੇ ਪੈਂਦੇ ਆ। ਆ ਵੇਖੋ ਇੱਕ ਗਾਇਕ ਦਾ ਬਹੁਤ ਮਾੜਾ ਕੰਮ ਹੋਇਆ, ਕਿਸੇ ਦਾ ਪੁੱਤ ਮਾਰ ਦੇਣਾ। ਤੇ ਇਸ ਪਾਸੇ ਨੂੰ ਇਹ ਫੈਲਾਈ ਹੋਈ ਜਿਹੜੀ ਅੱਜ ਦੀ ਗਾਇਕੀ ਆ, ਕਿੰਨਾ ਨੌਜਵਾਨਾਂ ਤੇ ਅਸਰ ਆ। ਸੋਸ਼ਲ ਮੀਡੀਆ ਤੇ ਇਹਦਾ ਕਿੰਨਾ ਪ੍ਰਚਾਰ ਹੋ ਰਿਹਾ। ਦੂਸਰੇ ਪਾਸੇ ਉਹ ਦਿਹਾੜੇ ਚੱਲ ਰਹੇ ਆ, ਬੜੇ ਦੁਖਦਾਈ ਦਿਹਾੜੇ, ਜਿਨ੍ਹਾਂ ਦਾ ਸ਼ਾਇਦ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਚੇਤਾ ਵੀ ਨਹੀਂ ਹੋਣਾ ਕਿ ਇਹਨਾਂ ਦਿਨਾਂ ਦੇ ਅੰਦਰ ਕਿੱਡੇ ਕਿੱਡੇ ਸਾਡੀ ਕੌਮ ਤੇ ਤਸ਼ੱਦਦ ਹੋਏ। ਫਿਰ ਜਿਹੜੇ ਸਾਡੇ ਪੁਰਾਤਨ ਜੁਝਾਰੂ ਸਿੰਘ ਹੋਏ, ਕਿਵੇਂ ਉਹਨਾਂ ਨੂੰ ਮੌਕੇ ਦੀ ਹਕੂਮਤ ਦੇ ਸਿਰ ਉਹਨਾਂ ਨੇ ਦੰਦ ਖੱਟੇ ਕੀਤੇ। ਇਸ ਕਰਕੇ ਇਹ ਬਹੁਤ ਵੱਡੀਆਂ ਜਿਹੜੀਆਂ ਹਕੂਮਤਾਂ ਨੇ, ਉਹਨਾਂ ਦੀਆਂ ਚਾਲਾਂ ਹੁੰਦੀਆਂ ਸਾਡੀ ਕਮਜ਼ੋਰ ਨੌਜਵਾਨੀ ਨੂੰ ਕਰਨ ਦੇ ਲਈ, ਨਸ਼ੇ ਦੇ ਆਦੀ ਕਰ ਦੇਣਾ, ਗਲਤ ਰਾਹਾਂ ਤੇ ਤੋਰ ਦੇਣਾ, ਜਿਹਦਾ ਦੁਖਾਂਤ ਫਿਰ ਅੱਜ ਬਹੁਤ ਵੱਡੇ ਪੱਧਰ ਤੇ ਸਾਰੀ ਦੁਨੀਆ ਭੋਗ ਰਹੀ ਹੈ। ਇਸ ਕਰਕੇ ਆਪਾਂ ਨੂੰ ਥੋੜ੍ਹਾ ਜਿਹਾ ਸੁਚੇਤ ਹੋਣ ਦੀ ਲੋੜ ਆ। ਦੁਨੀਆ ਦੇ ਨਾਲ ਨਾਲ ਧਰਮ ਦਾ ਗਿਆਨ ਲੈ ਕੇ ਚੱਲਣ ਦੀ ਲੋੜ ਆ। ਪੁਰਾਣੇ ਇਤਿਹਾਸ ਪੜ੍ਹਨ ਸੁਣਨ ਸੁਣਾਉਣ ਦੀ ਲੋੜ ਆ, ਜਿਹਦੇ ਨਾਲ ਥੋੜ੍ਹਾ ਬਹੁਤ ਸਾਨੂੰ ਆਪਣੇ ਆਪ ਦੀ ਪਛਾਣ ਰਵੇ, ਤਾਂ ਕਿ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਕੋਈ ਅੱਛੇ ਫੈਸਲੇ ਲੈ ਸਕੀਏ। ਤੇ ਇਹ ਗੱਲਾਂ ਤੋਂ ਜਿੰਨਾ ਅਸੀਂ ਦੂਰ ਹੁੰਦੇ ਜਾਵਾਂਗੇ, ਉਨਾ ਹੀ ਸਾਡੇ ਲਈ ਆਉਣ ਵਾਲੇ ਭਵਿੱਖ 'ਚ ਖਤਰਾ ਤਾਂ ਹੁਣ ਵੀ ਹੈ। ਜਿਨ੍ਹਾਂ ਦੇ ਜਵਾਕ ਵਿਚਾਰੇ ਚਿੱਟੇ ਤੇ ਲੱਗੇ, ਕਿਹੜੀ ਹਾਲਤ ਆ ਮਾਂ ਬਾਪ ਦੀ। ਲਾਏ ਕਿਹਨੇ? ਸਿਆਸੀ ਲੋਕਾਂ ਨੇ। ਗੈਂਗਸਟਰ ਪੈਦਾ ਕੀਤੇ ਕਿਹਨੇ ਕੀਤੇ? ਸਿਆਸੀ ਲੋਕਾਂ ਨੇ, ਆਪਦੇ ਆਪ ਨੂੰ ਵਰਤਣ ਵਾਸਤੇ। ਤੇ ਬਾਅਦ 'ਚ ਫਿਰ ਉਹਨਾਂ ਦਾ ਜੋ ਹਾਲ ਇਹ ਕਰਦੇ ਆ, ਉਹ ਅੱਜ ਆਪਾਂ ਉਦੋਂ ਸਾਰੇ ਜਾਣੂ ਆ। ਇਸ ਕਰਕੇ ਬਚਣ ਦੀ ਲੋੜ ਆ, ਗੁਰਮਤ ਦੇ ਧਾਰਨੀ ਹੋਣ ਦੀ ਲੋੜ ਆ, ਇਹਨਾਂ ਲੋਕਾਂ ਤੋਂ ਸੁਚੇਤ ਹੋਣ ਦੀ ਲੋੜ ਆ, ਜਿਹੜੇ ਸਾਡੇ ਪਿੰਡਾਂ 'ਚ, ਸਾਡੇ ਭਰਾਵਾਂ 'ਚ, ਸਾਡੀਆਂ ਕੌਮਾਂ 'ਚ ਆਪਦੀ ਰਾਜਨੀਤੀ ਚਮਕਾਉਣ ਵਾਸਤੇ ਜਾਂ ਆਪਣੀਆਂ ਰਾਜਗੱਦੀਆਂ ਲੈਣ ਵਾਸਤੇ ਇਹੋ ਜਿਹੇ ਹੱਥ ਕੰਡੇ ਵਰਤ ਜਾਂਦੇ ਆ। ਫਿਰ ਜਿਹਦੇ ਬਾਬਤ ਸਾਰੀ ਉਮਰ ਬੰਦੇ ਨੂੰ ਪਛਤਾਉਣਾ ਪੈਂਦਾ। ਇਸ ਕਰਕੇ ਕੋਟ ਕੋਟ ਪ੍ਰਣਾਮ ਉਹਨਾਂ ਮਹਾਨ ਸ਼ਹੀਦਾਂ ਨੂੰ, ਜਿਨ੍ਹਾਂ ਨੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਮੌਕੇ ਦੀ ਹਕੂਮਤ ਵੱਲੋਂ ਜੋ ਬਹੁਤ ਵੱਡਾ ਇਹ ਘੱਲੂਘਾਰ ਆ, ਘੱਲੂਘਾਰੇ ਦੇ ਅਰਥ ਹੀ ਇਹ ਆ ਬਰਬਾਦੀ ਜਾਂ ਕਤਲੇਆਮ ਹੋਇਆ। ਉਹਨਾਂ ਦੀ ਯਾਦ ਦੇ ਅੰਦਰ ਆਪਾਂ ਜੁੜੀਏ, ਥੋੜ੍ਹਾ ਸਮਾਂ ਗੁਰਮੰਤਰ ਦਾ ਅਭਿਆਸ ਕਰੀਏ। ਹਾਂਜੀ, ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ